ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਵਾਗਤ ਹੈ ਮੇਰੇ ਚੈਨਲ ETT ਪੇਪਰ 2 'ਤੇ। ਅੱਜ ਮੈਂ ਤੁਹਾਡੇ ਲਈ SST ਦੇ ਚੈਪਟਰ ਧਰਾਤਲ ਦੇ ਭਾਗ ਦੂਜੇ ਦੇ MCQ ਲੈ ਕੇ ਹਾਜ਼ਰ ਹੋਇਆ ਹਾਂ। ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੇਗੀ। ਜੇਕਰ ਤੁਸੀਂ ਭਾਗ ਪਹਿਲਾ ਦੇ 40 MCQ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦੇਖ ਸਕਦੇ ਹੋ। ਆਓ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ 41 ਤੋਂ। ਪੰਜਾਬ ਹਰਿਆਣੇ ਦੇ ਮੈਦਾਨ ਦਾ ਕੁੱਲ ਖੇਤਰਫਲ ਕਿੰਨਾ ਹੈ? ਇਸ ਦਾ ਸਹੀ ਉੱਤਰ ਹੈ ਆਪਸ਼ਨ A 1,75,000 ਵਰਗ ਕਿਲੋਮੀਟਰ। ਜੋ ਪੰਜਾਬ ਹਰਿਆਣੇ ਦਾ ਮੈਦਾਨ ਹੈ ਉਸ ਦਾ ਕੁੱਲ ਖੇਤਰਫਲ ਕਿੰਨਾ ਹੈ? 1,75,000 ਵਰਗ ਕਿਲੋਮੀਟਰ। ਇਸ ਤੋਂ ਅਗਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 42। ਦਰਿਆਈ ਸੀਮਾ ਦੇ ਆਧਾਰ 'ਤੇ ਪੰਜਾਬ ਅਤੇ ਹਰਿਆਣੇ ਦੇ ਮੈਦਾਨ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਹੈ? ਆਪਸ਼ਨਸ ਹਨ 3, 6, 4, 5। ਇਸ ਦਾ ਸਹੀ ਉੱਤਰ ਹੈ ਆਪਸ਼ਨ C 4 ਭਾਗਾਂ ਵਿੱਚ। ਦਰਿਆਈ ਸੀਮਾ ਦੇ ਆਧਾਰ 'ਤੇ ਪੰਜਾਬ ਅਤੇ ਹਰਿਆਣੇ ਦੇ ਮੈਦਾਨ ਨੂੰ 4 ਭਾਗਾਂ ਵਿੱਚ ਵੰਡਿਆ ਹੋਇਆ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਉਹ 4 ਭਾਗ ਕਿਹੜੇ ਹਨ? ਮਾਝੇ ਦੇ ਮੈਦਾਨ, ਦੁਆਬੇ ਦੇ ਮੈਦਾਨ, ਮਾਲਵੇ ਦੇ ਮੈਦਾਨ ਅਤੇ ਹਰਿਆਣੇ ਦੇ ਮੈਦਾਨ। ਇਸ ਤੋਂ ਅਗਲਾ ਪ੍ਰਸ਼ਨ ਹੈ ਕਿਹੜਾ ਹਿਮਾਲਿਆ ਦੂਣ ਘਾਟੀਆਂ ਲਈ ਪ੍ਰਸਿੱਧ ਹੈ? ਟਰਾਂਸ ਹਿਮਾਲਿਆ, ਛੋਟਾ ਹਿਮਾਲਿਆ, ਮਹਾਨ ਹਿਮਾਲਿਆ, ਬਾਹਰੀ ਹਿਮਾਲਿਆ। ਇਸ ਦਾ ਸਹੀ ਉੱਤਰ ਹੈ ਆਪਸ਼ਨ D ਬਾਹਰੀ ਹਿਮਾਲਿਆ। ਜਿਹੜਾ ਬਾਹਰੀ ਹਿਮਾਲਿਆ ਉਹ ਦੂਣ ਦੀਆਂ ਘਾਟੀਆਂ ਲਈ ਪ੍ਰਸਿੱਧ ਹੈ, ਜਿਵੇਂ ਕਿ ਮੁੱਖ ਦੂਣ ਘਾਟੀਆਂ ਹਨ ਪਤਲੀ ਦੂਣ, ਦੇਹਰਾ ਦੂਣ, ਕੋਥਰੀ ਦੂਣ, ਸ਼ੋਖੰਬਾ, ਊਧਮਪੁਰ ਅਤੇ ਕੋਟਲੀ। ਅਗਲਾ ਪ੍ਰਸ਼ਨ ਖਾਡਰ ਦੇ ਮੈਦਾਨ ਕਿਹੜੇ ਇਲਾਕੇ ਵਿੱਚ ਮਿਲਦੇ ਹਨ? ਆਪਸ਼ਨਸ ਹਨ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ D ਉਪਰੋਕਤ ਸਾਰੇ। ਖਾਡਰ ਦੇ ਮੈਦਾਨ ਬਿਹਾਰ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਹਨ। ਇਸ ਤੋਂ ਅਗਲਾ ਪ੍ਰਸ਼ਨ ਹੈ ਬਾਂਗਰ ਦੇ ਮੈਦਾਨ ਕਿਹੜੇ ਇਲਾਕੇ ਵਿੱਚ ਮਿਲਦੇ ਹਨ? ਆਪਸ਼ਨਸ ਹਨ ਪੰਜਾਬ, ਹਰਿਆਣਾ, ਉੱਤਰਾਂਚਲ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ D ਉਪਰੋਕਤ ਸਾਰੇ। ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਪੰਜਾਬ, ਹਰਿਆਣਾ, ਉੱਤਰਾਂਚਲ ਇਹਨਾਂ ਦੇ ਵਿੱਚ ਬਾਂਗਰ ਦੇ ਮੈਦਾਨ ਪਾਏ ਜਾਂਦੇ ਹਨ। ਇਸ ਤੋਂ ਅਗਲਾ ਪ੍ਰਸ਼ਨ ਹੈ ਥਾਰ ਮਾਰੂਥਲ ਦੇ ਮੈਦਾਨ ਦੀ ਲੰਬਾਈ ਕਿੰਨੀ ਹੈ? ਆਪਸ਼ਨਸ ਹਨ 300 ਕਿਲੋਮੀਟਰ, 640 ਕਿਲੋਮੀਟਰ, 500 ਕਿਲੋਮੀਟਰ, 100 ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ B 640 ਕਿਲੋਮੀਟਰ। ਥਾਰ ਮਾਰੂਥਲ ਦੇ ਮੈਦਾਨ ਦੀ ਲੰਬਾਈ 640 ਕਿਲੋਮੀਟਰ ਹੈ। ਅਗਲਾ ਪ੍ਰਸ਼ਨ ਹੈ ਥਾਰ ਮਾਰੂਥਲ ਦੇ ਮੈਦਾਨ ਦਾ ਕੁੱਲ ਖੇਤਰਫਲ ਕਿੰਨਾ ਹੈ? 1.75 ਲੱਖ ਵਰਗ ਕਿਲੋਮੀਟਰ, 2.30 ਲੱਖ ਵਰਗ ਕਿਲੋਮੀਟਰ, 1 ਲੱਖ ਵਰਗ ਕਿਲੋਮੀਟਰ, 6 ਲੱਖ ਵਰਗ ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ A 1.75 ਲੱਖ ਵਰਗ ਕਿਲੋਮੀਟਰ ਜਾਂ ਫਿਰ 1,75,000 ਵਰਗ ਕਿਲੋਮੀਟਰ। ਅਗਲਾ ਪ੍ਰਸ਼ਨ ਹੈ ਕਿਹੜੇ ਮੈਦਾਨਾਂ ਨੂੰ ਪੱਛਮੀ ਮੈਦਾਨ ਵੀ ਕਿਹਾ ਜਾਂਦਾ ਹੈ? ਪੰਜਾਬ ਹਰਿਆਣੇ ਦੇ ਮੈਦਾਨ, ਥਾਰ ਮਾਰੂਥਲ ਦੇ ਮੈਦਾਨ, ਗੰਗਾ ਦੇ ਮੈਦਾਨ, ਬ੍ਰਹਮਪੁੱਤਰ ਦੇ ਮੈਦਾਨ। ਇਸ ਦਾ ਸਹੀ ਉੱਤਰ ਹੈ ਆਪਸ਼ਨ B ਥਾਰ ਮਾਰੂਥਲ ਦੇ ਮੈਦਾਨ। ਥਾਰ ਮਾਰੂਥਲ ਦੇ ਮੈਦਾਨਾਂ ਨੂੰ ਪੱਛਮੀ ਮੈਦਾਨ ਵੀ ਕਿਹਾ ਜਾਂਦਾ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਮਾਲਵੇ ਦੀ ਪਠਾਰ ਵਿੱਚ ਕਿਹੜੀ ਪਰਬਤ ਸ਼੍ਰੇਣੀ ਮਿਲਦੀ ਹੈ? ਵਿੰਧਿਆਚਲ ਪਰਬਤ ਸ਼੍ਰੇਣੀ, ਅਰਾਵਲੀ ਪਰਬਤ ਸ਼੍ਰੇਣੀ, ਸਤਪੁੜਾ ਦੀਆਂ ਪਹਾੜੀਆਂ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ D ਉਪਰੋਕਤ ਸਾਰੇ। ਮਾਲਵੇ ਦੀ ਪਠਾਰ ਦੇ ਵਿੱਚ ਵਿੰਧਿਆਚਲ ਪਰਬਤ ਸ਼੍ਰੇਣੀ, ਅਰਾਵਲੀ ਪਰਬਤ ਸ਼੍ਰੇਣੀ ਅਤੇ ਸਤਪੁੜਾ ਦੀਆਂ ਪਹਾੜੀਆਂ ਮਿਲਦੀਆਂ ਹਨ। ਇਸ ਤੋਂ ਅਗਲਾ ਪ੍ਰਸ਼ਨ ਹੈ ਭਾਰਤ ਦੀ ਸਭ ਤੋਂ ਜ਼ਿਆਦਾ ਖਾਰੇ ਪਾਣੀ ਵਾਲੀ ਝੀਲ ਕਿਹੜੀ ਹੈ? ਸਾਂਬਰ ਝੀਲ, ਚਿਲਕਾ ਝੀਲ, ਪੁਲੀਕਟ ਝੀਲ, ਡੱਲ ਝੀਲ। ਇਸ ਦਾ ਸਹੀ ਉੱਤਰ ਹੈ ਆਪਸ਼ਨ A ਸਾਂਬਰ ਝੀਲ। ਸਾਂਬਰ ਝੀਲ ਹੈ ਜੋ ਭਾਰਤ ਦੀ ਸਭ ਤੋਂ ਜ਼ਿਆਦਾ ਖਾਰੇ ਪਾਣੀ ਵਾਲੀ ਝੀਲ ਹੈ। ਇਹ ਝੀਲ ਰਾਜਸਥਾਨ ਇਲਾਕੇ ਵਿੱਚ ਪਾਈ ਜਾਂਦੀ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ ਕਿਹੜਾ ਮੈਦਾਨ ਸਭ ਤੋਂ ਵੱਧ ਉਪਜਾਊ ਮੰਨਿਆ ਜਾਂਦਾ ਹੈ? ਬ੍ਰਹਮਪੁੱਤਰ ਦਾ ਮੈਦਾਨ, ਥਾਰ ਮਾਰੂਥਲ ਦਾ ਮੈਦਾਨ, ਗੰਗਾ ਦਾ ਮੈਦਾਨ, ਪੰਜਾਬ ਹਰਿਆਣੇ ਦਾ ਮੈਦਾਨ। ਇਸ ਦਾ ਸਹੀ ਉੱਤਰ ਹੈ ਆਪਸ਼ਨ C ਗੰਗਾ ਦਾ ਮੈਦਾਨ। ਗੰਗਾ ਦੇ ਮੈਦਾਨ ਨੇ ਜਿਹੜੇ ਉਹ ਸਭ ਤੋਂ ਵੱਧ ਉਪਜਾਊ ਮੰਨੇ ਜਾਂਦੇ ਹਨ। ਅਗਲਾ ਪ੍ਰਸ਼ਨ ਗੰਗਾ ਦੇ ਮੈਦਾਨ ਦੀ ਢਲਾਣ ਕਿਸ ਦਿਸ਼ਾ ਵੱਲ ਹੈ? ਆਪਸ਼ਨਸ ਹਨ ਪੂਰਬ, ਪੱਛਮ, ਉੱਤਰ, ਦੱਖਣ। ਇਸ ਦਾ ਸਹੀ ਉੱਤਰ ਹੈ ਆਪਸ਼ਨ A ਪੂਰਬ।
ਗੰਗਾ ਦੇ ਮੈਦਾਨ ਦੀ ਢਲਾਣ ਪੂਰਬ ਦਿਸ਼ਾ ਵੱਲ ਹੈ। ਅਗਲਾ ਪ੍ਰਸ਼ਨ ਹੈ, ਗੰਗਾ ਦੇ ਮੈਦਾਨ ਦਾ ਲਗਭਗ ਕਿੰਨਾ ਖੇਤਰਫਲ ਹੈ? ਇਸ ਦਾ ਸਹੀ ਉੱਤਰ ਹੈ 3.57 ਲੱਖ ਵਰਗ ਕਿਲੋਮੀਟਰ, ਆਪਸ਼ਨ ਬੀ। ਪ੍ਰਸ਼ਨ ਨੰਬਰ 54, ਗੰਗਾ ਦੇ ਮੈਦਾਨ ਕਿਹੜੇ ਰਾਜ ਵਿੱਚ ਸਥਿਤ ਹਨ? ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਉਪਰੋਕਤ ਸਾਰੇ। ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਮੈਦਾਨਾਂ ਨੂੰ ਗੰਗਾ ਦੇ ਮੈਦਾਨ ਵੀ ਕਿਹਾ ਜਾਂਦਾ ਹੈ। ਅੱਗੇ, ਗੰਗਾ ਦੇ ਮੈਦਾਨ ਦੀ ਲਗਭਗ ਲੰਬਾਈ ਕਿੰਨੀ ਹੈ? 640 ਕਿਲੋਮੀਟਰ, 860 ਕਿਲੋਮੀਟਰ, 1400 ਕਿਲੋਮੀਟਰ, 1050 ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 1400 ਕਿਲੋਮੀਟਰ। ਗੰਗਾ ਦੇ ਮੈਦਾਨ ਦੀ ਲਗਭਗ ਲੰਬਾਈ 1400 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਗੰਗਾ ਦੇ ਮੈਦਾਨ ਦੀ ਔਸਤ ਚੌੜਾਈ ਕਿੰਨੀ ਹੈ? 150 ਕਿਲੋਮੀਟਰ, 180 ਕਿਲੋਮੀਟਰ, 300 ਕਿਲੋਮੀਟਰ, 480 ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, 300 ਕਿਲੋਮੀਟਰ। ਗੰਗਾ ਦੇ ਮੈਦਾਨ ਦੀ ਔਸਤ ਚੌੜਾਈ ਲਗਭਗ 300 ਕਿਲੋਮੀਟਰ ਹੈ। ਅਗਲਾ ਪ੍ਰਸ਼ਨ, ਗੰਗਾ ਦੇ ਮੈਦਾਨ ਨੂੰ ਕਿੰਨੇ ਉਪਭਾਗਾਂ ਵਿੱਚ ਵੰਡਿਆ ਗਿਆ ਹੈ? ਆਪਸ਼ਨਸ ਹਨ 3, 4, 5 ਜਾਂ ਫਿਰ 6। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ। ਗੰਗਾ ਦੇ ਮੈਦਾਨ ਨੂੰ 3 ਉਪਭਾਗਾਂ ਵਿੱਚ ਵੰਡਿਆ ਗਿਆ ਹੈ। ਉਹ ਕਿਹੜੇ ਹਨ? ਗੰਗਾ ਦੇ ਉੱਪਰਲੇ ਮੈਦਾਨ, ਗੰਗਾ ਦੇ ਮੱਧਵਰਤੀ ਮੈਦਾਨ ਅਤੇ ਗੰਗਾ ਦੇ ਹੇਠਲੇ ਮੈਦਾਨ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਹੜੇ ਮੈਦਾਨਾਂ ਨੂੰ ਗੰਗਾ ਜਮਨਾ ਦੁਆਬ ਦੇ ਖੇਤਰ ਵੀ ਕਿਹਾ ਜਾਂਦਾ ਹੈ? ਆਪਸ਼ਨਸ ਹਨ ਗੰਗਾ ਦੇ ਉੱਪਰਲੇ ਮੈਦਾਨ, ਗੰਗਾ ਦੇ ਮੱਧਵਰਤੀ ਮੈਦਾਨ, ਗੰਗਾ ਦੇ ਹੇਠਲੇ ਮੈਦਾਨ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਗੰਗਾ ਦੇ ਉੱਪਰਲੇ ਮੈਦਾਨ। ਇਹਨਾਂ ਨੂੰ ਗੰਗਾ ਜਮਨਾ ਦੁਆਬ ਦੇ ਖੇਤਰ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ, ਗੰਗਾ ਦੇ ਉੱਪਰਲੇ ਮੈਦਾਨ ਦਾ ਕੁੱਲ ਖੇਤਰਫਲ ਕਿੰਨਾ ਹੈ? 35,000 ਵਰਗ ਕਿਲੋਮੀਟਰ, 1,49,029 ਵਰਗ ਕਿਲੋਮੀਟਰ, 80,968 ਵਰਗ ਕਿਲੋਮੀਟਰ, 56,274 ਵਰਗ ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, 1,49,029 ਵਰਗ ਕਿਲੋਮੀਟਰ ਹੈ ਜੋ ਗੰਗਾ ਦੇ ਉੱਪਰਲੇ ਮੈਦਾਨ ਦਾ ਕੁੱਲ ਖੇਤਰਫਲ ਹੈ। ਇਸ ਤੋਂ ਅਗਲਾ ਪ੍ਰਸ਼ਨ ਹੈ, ਕਿਹੜੇ ਮੈਦਾਨ ਨੂੰ ਬਿਹਾਰ ਮੈਦਾਨ ਜਾਂ ਮਿਥਿਲਾ ਮੈਦਾਨ ਵੀ ਕਹਿੰਦੇ ਹਨ? ਗੰਗਾ ਦੇ ਉੱਪਰਲੇ ਮੈਦਾਨ, ਬ੍ਰਹਮਪੁੱਤਰ ਮੈਦਾਨ, ਗੰਗਾ ਦੇ ਮੱਧਵਰਤੀ ਮੈਦਾਨ, ਗੰਗਾ ਦੇ ਹੇਠਲੇ ਮੈਦਾਨ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਗੰਗਾ ਦੇ ਮੱਧਵਰਤੀ ਮੈਦਾਨ। ਇਹਨਾਂ ਮੈਦਾਨਾਂ ਨੂੰ ਬਿਹਾਰ ਮੈਦਾਨ ਜਾਂ ਮਿਥਿਲਾ ਮੈਦਾਨ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਰੁਹੇਲਖੰਡ ਅਤੇ ਅਵਧ ਦਾ ਮੈਦਾਨ ਕਿਹੜੇ ਮੈਦਾਨ ਦਾ ਹਿੱਸਾ ਹਨ? ਥਾਰ ਮਾਰੂਥਲ ਦੇ ਮੈਦਾਨ, ਬ੍ਰਹਮਪੁੱਤਰ ਦੇ ਮੈਦਾਨ, ਪੰਜਾਬ ਹਰਿਆਣੇ ਦੇ ਮੈਦਾਨ, ਗੰਗਾ ਦੇ ਉੱਪਰਲੇ ਮੈਦਾਨ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ, ਗੰਗਾ ਦੇ ਉੱਪਰਲੇ ਮੈਦਾਨ। ਰੁਹੇਲਖੰਡ ਅਤੇ ਅਵਧ ਦਾ ਮੈਦਾਨ ਗੰਗਾ ਦੇ ਉੱਪਰਲੇ ਮੈਦਾਨ ਦਾ ਹੀ ਹਿੱਸਾ ਹਨ। ਇਸ ਤੋਂ ਅਗਲਾ ਪ੍ਰਸ਼ਨ, ਕਿਹੜੇ ਮੈਦਾਨ ਨੂੰ ਅਸਾਮ ਦਾ ਮੈਦਾਨ ਵੀ ਕਿਹਾ ਜਾਂਦਾ ਹੈ? ਆਪਸ਼ਨਸ ਹਨ ਗੰਗਾ ਦੇ ਹੇਠਲੇ ਮੈਦਾਨ, ਬ੍ਰਹਮਪੁੱਤਰ ਦੇ ਮੈਦਾਨ, ਗੰਗਾ ਦੇ ਉੱਪਰਲੇ ਮੈਦਾਨ, ਗੰਗਾ ਦੇ ਮੱਧਵਰਤੀ ਮੈਦਾਨ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ, ਬ੍ਰਹਮਪੁੱਤਰ ਦੇ ਮੈਦਾਨ। ਬ੍ਰਹਮਪੁੱਤਰ ਦੇ ਮੈਦਾਨ ਨੂੰ ਅਸਾਮ ਦਾ ਮੈਦਾਨ ਵੀ ਕਹਿੰਦੇ ਹਨ। ਅਗਲਾ ਪ੍ਰਸ਼ਨ, ਗੰਗਾ ਦੇ ਮੱਧਵਰਤੀ ਮੈਦਾਨ ਦਾ ਕੁੱਲ ਖੇਤਰਫਲ ਕਿੰਨਾ ਹੈ? 75,000 ਵਰਗ ਕਿਲੋਮੀਟਰ, 53,000 ਵਰਗ ਕਿਲੋਮੀਟਰ, 75,000 ਵਰਗ ਕਿਲੋਮੀਟਰ, 46,000 ਵਰਗ ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, 35,000 ਵਰਗ ਕਿਲੋਮੀਟਰ। ਗੰਗਾ ਦੇ ਮੱਧਵਰਤੀ ਮੈਦਾਨ ਦਾ ਕੁੱਲ ਖੇਤਰਫਲ 35,000 ਵਰਗ ਕਿਲੋਮੀਟਰ ਹੈ। ਇਸ ਤੋਂ ਅਗਲਾ ਪ੍ਰਸ਼ਨ, ਕਿਹੜੇ ਮੈਦਾਨ ਵਿੱਚ ਗਊ ਖੁਰ ਝੀਲ ਜ਼ਿਆਦਾ ਮਾਤਰਾ ਵਿੱਚ ਮਿਲਦੇ ਹਨ? ਆਪਸ਼ਨਸ ਹਨ ਗੰਗਾ ਦੇ ਮੱਧਵਰਤੀ ਮੈਦਾਨ, ਗੰਗਾ ਦੇ ਉੱਪਰਲੇ ਮੈਦਾਨ, ਗੰਗਾ ਦੇ ਹੇਠਲੇ ਮੈਦਾਨ, ਬ੍ਰਹਮਪੁੱਤਰ ਦੇ ਮੈਦਾਨ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ, ਗੰਗਾ ਦੇ ਮੱਧਵਰਤੀ ਮੈਦਾਨ। ਇਹਨਾਂ ਮੈਦਾਨਾਂ ਦੇ ਵਿੱਚ ਗਊ ਖੁਰ ਝੀਲ ਜ਼ਿਆਦਾ ਮਾਤਰਾ ਵਿੱਚ ਮਿਲਦੇ ਹਨ। ਇਸ ਤੋਂ ਅਗਲਾ ਪ੍ਰਸ਼ਨ, ਕਿਹੜੇ ਮੈਦਾਨ ਵਿੱਚ ਸੁੰਦਰਬਨ ਦੇ ਡੈਲਟੇ ਦੇ ਖੇਤਰ ਮਿਲਦੇ ਹਨ? ਪੰਜਾਬ ਅਤੇ ਹਰਿਆਣੇ ਦਾ ਮੈਦਾਨ, ਥਾਰ ਮਾਰੂਥਲ ਦਾ ਮੈਦਾਨ, ਗੰਗਾ ਦਾ ਮੈਦਾਨ, ਬ੍ਰਹਮਪੁੱਤਰ ਦਾ ਮੈਦਾਨ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਗੰਗਾ ਦਾ ਮੈਦਾਨ। ਗੰਗਾ ਦੇ ਮੈਦਾਨ ਦੇ ਵਿੱਚ ਸੁੰਦਰਬਨ ਦੇ ਡੈਲਟੇ ਪਾਏ ਜਾਂਦੇ ਹਨ। ਇਸ ਤੋਂ ਅਗਲਾ ਪ੍ਰਸ਼ਨ ਨੰਬਰ 64, ਪ੍ਰਾਇਦੀਪੀ ਪਠਾਰ ਦਾ ਕੁੱਲ ਖੇਤਰਫਲ ਕਿੰਨਾ ਹੈ? 13 ਲੱਖ ਵਰਗ ਕਿਲੋਮੀਟਰ,
16 ਲੱਖ ਵਰਗ ਕਿਲੋਮੀਟਰ, 21 ਲੱਖ ਵਰਗ ਕਿਲੋਮੀਟਰ, 19 ਲੱਖ ਵਰਗ ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ 16 ਲੱਖ ਵਰਗ ਕਿਲੋਮੀਟਰ। ਅਗਲਾ ਪ੍ਰਸ਼ਨ, ਮਾਲਵੇ ਦੀ ਪਠਾਰ ਦਾ ਸਿਖਰ ਬਿੰਦੂ ਕਿਹੜੀ ਪਠਾਰ 'ਤੇ ਹੈ? ਆਪਸ਼ਨਸ ਹਨ ਛੋਟਾ ਨਾਗਪੁਰ ਦੀ ਪਠਾਰ, ਬੁਦੇਲਖੰਡ ਦੀ ਪਠਾਰ, ਬਘੇਲਖੰਡ ਦੀ ਪਠਾਰ, ਸ਼ਿਲਾਂਗ ਦੀ ਪਠਾਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ ਸ਼ਿਲਾਂਗ ਦੀ ਪਠਾਰ। ਅਗਲਾ ਪ੍ਰਸ਼ਨ, ਅਰਾਵਲੀ ਅਤੇ ਵਿੰਧਿਆਚਲ ਪਰਬਤ ਸ਼੍ਰੇਣੀਆਂ ਦੇ ਵਿਚਕਾਰ ਕਿਹੜੀ ਪਠਾਰ ਹੈ? ਆਪਸ਼ਨਸ ਹਨ ਦੱਖਣ ਦੀ ਪਠਾਰ, ਸ਼ਿਲਾਂਗ ਦੀ ਪਠਾਰ, ਮਾਲਵੇ ਦੀ ਪਠਾਰ, ਛੋਟਾ ਨਾਗਪੁਰ ਦੀ ਪਠਾਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ ਮਾਲਵੇ ਦੀ ਪਠਾਰ। ਅਰਾਵਲੀ ਅਤੇ ਵਿੰਧਿਆਚਲ ਪਰਬਤ ਸ਼੍ਰੇਣੀਆਂ ਦੇ ਵਿਚਕਾਰ ਮਾਲਵੇ ਦੀ ਪਠਾਰ ਹੈ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਮਾਲਵੇ ਦੀ ਪਠਾਰ ਦੀ ਪਰਬਤ ਸ਼੍ਰੇਣੀ ਕਿਹੜੀ ਹੈ? ਅਰਾਵਲੀ ਪਰਬਤ ਸ਼੍ਰੇਣੀ, ਵਿੰਧਿਆਚਲ ਪਰਬਤ ਸ਼੍ਰੇਣੀ, ਸਤਪੁੜਾ ਦੀਆਂ ਪਹਾੜੀਆਂ, ਉਪਰੋਕਤ ਸਾਰੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ ਉਪਰੋਕਤ ਸਾਰੇ। ਅਗਲਾ ਪ੍ਰਸ਼ਨ, ਬ੍ਰਹਮਪੁੱਤਰ ਦੇ ਮੈਦਾਨ ਦੀ ਲੰਬਾਈ ਕਿੰਨੀ ਹੈ? ਆਪਸ਼ਨਸ ਹਨ 296 ਕਿਲੋਮੀਟਰ, 640 ਕਿਲੋਮੀਟਰ, 470 ਕਿਲੋਮੀਟਰ, 870 ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ 640 ਕਿਲੋਮੀਟਰ। ਬ੍ਰਹਮਪੁੱਤਰ ਦੇ ਮੈਦਾਨ ਦੀ ਕੁੱਲ ਲੰਬਾਈ 640 ਕਿਲੋਮੀਟਰ ਹੈ। ਅਗਲਾ ਪ੍ਰਸ਼ਨ ਹੈ, ਅਰਾਵਲੀ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਆਪਸ਼ਨਸ ਹਨ ਗੁਰੂ ਸ਼ਿਖਰ, ਪਾਰਸਨਾਥ, ਧੂਮਗੜ੍ਹ, ਨੇਤਰਹੱਟ ਪਾਟ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ ਗੁਰੂ ਸ਼ਿਖਰ। ਗੁਰੂ ਸ਼ਿਖਰ ਹੈ ਜੋ ਅਰਾਵਲੀ ਪਰਬਤ ਸ਼੍ਰੇਣੀ ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਵਿੰਧਿਆਚਲ ਅਤੇ ਸਤਪੁੜਾ ਸ਼੍ਰੇਣੀਆਂ ਵਿਚਕਾਰ ਕਿਹੜੀ ਨਦੀ ਵਹਿੰਦੀ ਹੈ? ਆਪਸ਼ਨਸ ਹਨ ਗੰਗਾ ਨਦੀ, ਗੋਦਾਵਰੀ ਨਦੀ, ਨਰਮਦਾ ਨਦੀ, ਕ੍ਰਿਸ਼ਨਾ ਨਦੀ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ ਨਰਮਦਾ ਨਦੀ। ਵਿੰਧਿਆਚਲ ਅਤੇ ਸਤਪੁੜਾ ਸ਼੍ਰੇਣੀਆਂ ਵਿਚਕਾਰ ਨਰਮਦਾ ਨਦੀ ਵਹਿੰਦੀ ਹੈ। ਨਰਮਦਾ ਨਦੀ ਕਿਸ ਦਿਸ਼ਾ ਵੱਲ ਵਹਿੰਦੀ ਹੈ? ਆਪਸ਼ਨਸ ਹਨ ਪੂਰਬ ਦਿਸ਼ਾ, ਪੱਛਮ ਦਿਸ਼ਾ, ਉੱਤਰ ਦਿਸ਼ਾ, ਦੱਖਣ ਦਿਸ਼ਾ। ਇਸ ਦਾ ਸਹੀ ਉੱਤਰ ਹੈ ਪੱਛਮ ਦਿਸ਼ਾ। ਨਰਮਦਾ ਨਦੀ ਹੈ ਜੋ ਪੱਛਮ ਦਿਸ਼ਾ ਵੱਲ ਵਹਿੰਦੀ ਹੈ। ਤਾਪਤੀ ਨਦੀ ਅਤੇ ਨਰਮਦਾ ਨਦੀ ਦੋਵੇਂ ਪੱਛਮ ਦਿਸ਼ਾ ਵੱਲ ਵਹਿੰਦੀਆਂ ਹਨ ਅਤੇ ਅਰਬ ਸਾਗਰ ਦੇ ਵਿੱਚ ਡਿੱਗਦੀਆਂ ਹਨ। ਇਸ ਤੋਂ ਅਗਲਾ ਪ੍ਰਸ਼ਨ, ਸਤਪੁੜਾ ਪਹਾੜੀ ਸ਼੍ਰੇਣੀ ਦੀ ਲੰਬਾਈ ਕਿੰਨੀ ਹੈ? ਆਪਸ਼ਨਸ ਹਨ 940 ਕਿਲੋਮੀਟਰ, 1646 ਕਿਲੋਮੀਟਰ, 780 ਕਿਲੋਮੀਟਰ, 1120 ਕਿਲੋਮੀਟਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ 1120 ਕਿਲੋਮੀਟਰ। ਸਤਪੁੜਾ ਪਹਾੜੀ ਸ਼੍ਰੇਣੀ ਦੀ ਲੰਬਾਈ 1120 ਕਿਲੋਮੀਟਰ ਹੈ। ਅਗਲਾ ਪ੍ਰਸ਼ਨ ਹੈ, ਕਿਹੜੀ ਪਠਾਰ ਨੂੰ ਆਂਧਰਾ ਪ੍ਰਦੇਸ਼ ਦੀ ਪਠਾਰ ਵੀ ਕਹਿੰਦੇ ਹਨ? ਕਰਨਾਟਕ ਦੀ ਪਠਾਰ, ਦੱਖਣ ਦੀ ਪਠਾਰ, ਤੇਲੰਗਾਨਾ ਦੀ ਪਠਾਰ, ਮਾਲਵੇ ਦੀ ਪਠਾਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ ਤੇਲੰਗਾਨਾ ਦੀ ਪਠਾਰ। ਤੇਲੰਗਾਨਾ ਦੀ ਪਠਾਰ ਨੂੰ ਆਂਧਰਾ ਪ੍ਰਦੇਸ਼ ਦੀ ਪਠਾਰ ਵੀ ਕਹਿੰਦੇ ਹਨ। ਅਗਲਾ ਪ੍ਰਸ਼ਨ, ਬਾਬਾ ਬੂਦਨ ਦੀਆਂ ਪਹਾੜੀਆਂ ਕਿਹੜੀ ਪਠਾਰ ਵਿੱਚ ਹਨ? ਆਪਸ਼ਨਸ ਹਨ ਮਾਲਵੇ ਦੀ ਪਠਾਰ, ਸ਼ਿਲਾਂਗ ਦੀ ਪਠਾਰ, ਛੋਟਾ ਨਾਗਪੁਰ ਦੀ ਪਠਾਰ, ਮੈਸੂਰ ਦੀ ਪਠਾਰ। ਇਸ ਦਾ ਸਹੀ ਉੱਤਰ ਹੈ ਆਪਸ਼ਨ ਡੀ ਮੈਸੂਰ ਦੀ ਪਠਾਰ। ਬਾਬਾ ਬੂਦਨ ਦੀਆਂ ਪਹਾੜੀਆਂ ਮੈਸੂਰ ਦੀ ਪਠਾਰ ਵਿੱਚ ਹਨ। ਅਗਲਾ ਪ੍ਰਸ਼ਨ, ਪੱਛਮੀ ਘਾਟ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਸਹਿੰਦਰੀ ਦੀਆਂ ਪਹਾੜੀਆਂ, ਸਤਪੁੜਾ ਦੀਆਂ ਪਹਾੜੀਆਂ, ਨੀਲਗਿਰੀ ਦੀਆਂ ਪਹਾੜੀਆਂ। ਇਹਨਾਂ ਵਿੱਚੋਂ ਕੋਈ ਨਹੀਂ। ਇਸ ਦਾ ਸਹੀ ਉੱਤਰ ਹੈ ਆਪਸ਼ਨ ਏ ਸਹਿੰਦਰੀ ਦੀਆਂ ਪਹਾੜੀਆਂ। ਪੱਛਮੀ ਘਾਟ ਨੂੰ ਸਹਿੰਦਰੀ ਦੀਆਂ ਪਹਾੜੀਆਂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਗਲਾ ਪ੍ਰਸ਼ਨ, ਜੌਗ ਜਾਂ ਜਰਸੋਪਾ ਝਰਨਾ ਕਿਹੜੀ ਨਦੀ 'ਤੇ ਬਣਦਾ ਹੈ? ਆਪਸ਼ਨਸ ਹਨ ਤਾਪਤੀ ਨਦੀ 'ਤੇ, ਸ਼ਰਾਵਤੀ ਨਦੀ 'ਤੇ, ਨਰਮਦਾ ਨਦੀ 'ਤੇ ਜਾਂ ਫਿਰ ਗੋਦਾਵਰੀ ਨਦੀ 'ਤੇ। ਇਸ ਦਾ ਸਹੀ ਉੱਤਰ ਹੈ ਆਪਸ਼ਨ ਬੀ ਸ਼ਰਾਵਤੀ ਨਦੀ 'ਤੇ। ਜੌਗ ਜਾਂ ਜਰਸੋਪਾ ਝਰਨਾ ਸ਼ਰਾਵਤੀ ਨਦੀ 'ਤੇ ਬਣਦਾ ਹੈ। ਇਸ ਦੇ ਨਾਲ ਹੀ ਇਹ ਵੀਡੀਓ ਸਮਾਪਤ ਹੁੰਦੀ ਹੈ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਧੰਨਵਾਦ।